ਕਿਸਾਨਾਂ ਦੇ ਮਸਲੇ 'ਚ ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਕਿ ਜੋ ਅਸੀਂ ਕਹਿੰਦੇ ਸੀ ਕਿ ਲੋੜ ਪੈਣ ਤੇ ਕੁਰਬਾਨੀ ਦੇਵਾਂਗੇ ਉਹ ਕੁਰਬਾਨੀ ਦੇ ਦਿੱਤੀ ਆ। ਉਹ ਕੁਰਬਾਨੀ ਹਰਸਿਮਰਤ ਕੌਰ ਬਾਦਲ ਦਾ ਸੈਂਟਰ 'ਚੋਂ ਅਸਤੀਫਾ। ਹੁਣ ਉਹ ਦਰਬਾਰ ਸਾਹਿਬ ਵੀ ਜਾ ਰਹੇ ਨੇ, ਪਰ ਨਾਲ ਦੀ ਨਾਲ ਕੀ ਜਿਹੜਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਕਿ ਉਸ ਦਾ ਜਿਹੜਾ ਅਨਕੰਡੀਸ਼ਨਲ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਚੱਲਦਾ ਆ ਰਿਹਾ ਇਕਰਾਰ ਬਾਦਲ ਦਲ ਦੇ ਨਾਲ, ਉਸ 'ਤੇ ਵੀ ਅਸਰ ਪਏਗਾ। ਅਤੇ ਨਾਲ ਦੀ ਨਾਲ ਜਿਹੜੀਆਂ ਹੋਰ ਪੰਜਾਬ ਦੇ ਵਿੱਚ ਪਾਰਟੀਆਂ ਨੇ ਉਹਨਾਂ ਦੀ ਸਿਆਸਤ 'ਤੇ ਕਿੰਨਾ ਅਸਰ ਪੈਂਦਾ ਹੈਗਾ, ਇਹ ਸਾਰੇ ਪੱਖ ਸਮਝਣ ਵਾਸਤੇ ਅੱਜ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਅਤੇ ਲੇਖਕ ਸਰਦਾਰ ਜਗਤਾਰ ਸਿੰਘ। ਉਹਨਾਂ ਕੋਲ ਹੀ ਜਾਣਨ ਦੀ ਕੋਸ਼ਿਸ਼ ਕਰਦੇ ਭਾਈ, ਜਿਹੜਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ, ਪਹਿਲਾਂ ਪੂਰੇ ਦਾ ਪੂਰਾ ਅਕਾਲੀ ਦਲ ਵਕਾਲਤ ਕਰਦਾ ਰਿਹਾ, ਅੱਜ ਅਸਤੀਫਾ ਦਿੰਦੇ ਨੇ। ਅਸਤੀਫਾ ਜਦੋਂ ਦਿੰਦੇ ਨੇ ਉਹ ਕਹਿ ਰਹੇ ਕਿ ਬਿੱਲ ਤਾਂ ਬਹੁਤ ਵਧੀਆ ਹੈਗੇ ਨੇ, ਪਰ ਸਾਡੇ ਜਿਹੜੇ ਕਿਸਾਨ ਭਰਾ ਉਹਨਾਂ 'ਚ ਬਹੁਤ ਜ਼ਿਆਦਾ ਹਜੇ ਵੀ ਸ਼ੰਕੇ ਸੀ ਅਤੇ ਅਸੀਂ ਸ਼ੰਕੇ ਨਹੀਂ ਦੂਰ ਕਰ ਸਕੇ, ਅਤੇ ਇਸ ਕਰਕੇ ਅਸਤੀਫਾ ਦੇ ਦਿੱਤਾ ਹੈਗਾ। ਅਸਤੀਫਾ ਦੇ ਦਿੱਤਾ ਜੀ, ਪਰ ਨਾਲ ਕੀ ਗੱਠਜੋੜ 'ਤੇ ਵੀ ਅਸਰ ਪੈਂਦਾ ਤੁਹਾਨੂੰ ਦਿਖਾਈ ਦੇ ਰਿਹਾ ਜੀ? ਮੈਂ ਦੂਜੀ ਗੱਲ ਦਾ ਜਵਾਬ ਪਹਿਲਾਂ ਦੇਵਾਂਗਾ। ਉਹ ਜਿਹੜਾ ਗੱਠਜੋੜ ਹੈ ਇਹ ਜਿਹਨੂੰ ਇਹ 9 ਮਾਸ ਦਾ ਰਿਸ਼ਤਾ ਕਹਿੰਦੇ ਆ, 96 ਦੇ ਵਿੱਚ ਅਨਕੰਡੀਸ਼ਨਲ ਇਹਨਾਂ ਨੇ ਸਪੋਰਟ ਕੀਤੀ ਸੀ ਅਤੇ ਉਦੋਂ ਵੀ ਪਾਰਟੀ 'ਚ ਇੱਕ ਰਾਏ ਇਹ ਸੀ, ਖਾਸ ਕਰ ਗੁਰਚਰਨ ਸਿੰਘ ਟੌਹੜਾ ਵਰਗੇ ਲੀਡਰ, ਕਿ ਪੰਜਾਬ ਜਿਨ੍ਹਾਂ ਹਾਲਤਾਂ 'ਚੋਂ ਨਿਕਲਿਆ ਹੈ ਉਹਨਾਂ ਦੇ ਮੱਦੇਨਜ਼ਰ ਕੁਛ ਗੱਲਾਂ ਮਨਵਾ ਕੇ ਆਪਾਂ ਨੂੰ ਇਹ ਸਪੋਰਟ ਅਪਲਾਈਸ ਕਰਨੀ ਚਾਹੀਦੀ ਹੈ। ਲੇਕਿਨ ਮੇਰਾ ਨਜ਼ਰੀਆ ਥੋੜ੍ਹਾ ਜਿਹਾ ਵੱਖਰਾ ਪਰਸਨਲ ਲੈਵਲ 'ਤੇ ਆ ਕੇ। ਬਾਦਲ ਸਾਹਿਬ ਦੇ ਦਿਮਾਗ 'ਚ ਇੱਕ ਗੱਲ ਹਾਂਟ ਕਰਦੀ ਰਹੀ ਹੈ ਹਮੇਸ਼ਾ ਹੀ ਕਿ ਜੇ ਪਾਰਟੀ 'ਚ ਮੇਰੇ ਬਰਾਬਰ ਦਾ ਲੀਡਰ ਹੋਵੇ ਤੇ ਮੈਨੂੰ ਖਤਰਾ ਹਮੇਸ਼ਾ ਬਣਿਆ ਰਹੇਗਾ। ਅਲਾਇੰਸ ਦੀ ਇੱਕ ਵਜ੍ਹਾ ਇਹ ਵੀ ਸੀ ਕਿ ਇੱਕ ਗਰੁੱਪ ਪਰਮਾਨੈਂਟਲੀ ਮੇਰੇ ਨਾਲ ਰਵੇ, ਉਹ ਬੀਜੇਪੀ ਸੀ। 97 ਦੀ ਇਲੈਕਸ਼ਨ ਅੱਗੇ ਆ ਰਹੀ ਸੀ, ਪਤਾ ਸੀ ਵੀ ਹੋਣਾ ਕੁਛ। ਬਾਦਲ ਸਾਹਿਬ ਨੇ ਮੇਰੇ ਖਿਆਲ 'ਚ ਪਹਿਲਾਂ ਹੀ ਪਲਾਨ ਕਰ ਲਿਆ ਸੀ ਕਿ ਜੇ ਮੇਰੇ ਖਿਲਾਫ ਰੌਲਾ ਪਵੇ ਤੇ ਮੇਰੇ ਕੋਲੇ ਬੀਜੇਪੀ ਘੱਟੋ ਘੱਟ ਮੇਰੀ ਸਰਕਾਰ ਚਲਾਉਣ ਵਾਸਤੇ ਹੋਵੇ। ਔਰ ਰੌਲਾ ਹੈ ਇਹ 99 ਦੇ ਵਿੱਚ ਪੈ ਗਿਆ। ਉਹਨਾਂ ਦੀ ਐਪਰੀਹੈਂਸ਼ਨ ਠੀਕ ਸੀ। ਉਸ ਤੋਂ ਪਹਿਲਾਂ ਲੇਕਿਨ ਗੁਰਚਰਨ ਸਿੰਘ ਟੌਹੜਾ ਉਹ ਲੀਡਰ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਸਾਡੇ ਵਾਸਤੇ ਕਾਂਗਰਸ ਅਤੇ ਬੀਜੇਪੀ 'ਚ ਕੋਈ ਫਰਕ ਨਹੀਂ। ਅਟਲ ਬਿਹਾਰੀ ਵਾਜਪਾਈ ਉਦੋਂ ਪ੍ਰਾਈਮ ਮਿਨਿਸਟਰ ਸੀ। ਟੌਹੜਾ ਸਾਹਿਬ ਦੀ ਇੰਟਰਵਿਊ ਮੈਂ ਹੀ ਕੀਤੀ ਸੀ ਬਾਈ ਚਾਂਸ ਉਦੋਂ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਸਾਡੇ ਵਾਸਤੇ ਵਾਜਪਾਈ ਅਤੇ ਇੰਦਰਾ ਗਾਂਧੀ 'ਚ ਕੋਈ ਫਰਕ ਨਹੀਂ ਪੰਜਾਬ ਦੇ ਮਸਲਿਆਂ ਬਾਰੇ। ਦੋਵਾਂ ਨੇ ਪੰਜਾਬ ਦਾ, ਇੱਕ ਨੇ ਵਿਗਾੜਿਆ, ਦੂਸਰੇ ਨੇ ਕੀਤਾ ਕੁਛ ਨਹੀਂ। ਸੋ ਇਹਦੀ ਮੈਨੂੰ ਲੱਗਦਾ ਇਹ ਬੈਕਗਰਾਊਂਡ ਸੀਗੀ। ਇਹ ਜਿਸ ਪੀਸ ਦੀ ਗੱਲ ਇਹ ਕਰਦੇ ਹੈ, ਉਹਦੇ 'ਚ ਪੀਸ ਦਾ ਵੀ ਨਾ ਜ਼ਿਕਰ ਕੀਤਾ ਗਿਆ। ਹਰਸਿਮਰਤ ਕੌਰ ਬਾਦਲ ਦੀ ਜਿਹੜੀ ਚਿੱਠੀ ਹੈ ਉਹਦੇ 'ਚ ਅਖੀਰ 'ਤੇ ਆ ਕੇ ਇਹਨਾਂ ਨੇ ਇਹ ਸਟ੍ਰੈਸ ਕੀਤਾ ਹੈ ਕਿ ਪੀਸ ਅਤੇ ਕਮਰਨਲ ਹਾਰਮਨੀ ਵਾਸਤੇ ਅਸੀਂ ਇਹ ਅਲਾਇੰਸ ਜਾਰੀ ਰੱਖਾਂਗੇ। ਮੈਂ ਇੱਕ ਛੋਟੀ ਜਿਹੀ ਗੱਲ ਕਰੂੰਗਾ ਇਹਦੇ ਨਾਲ। ਇਹ ਜਿਹੜੀ ਪੀਸ ਦੀ ਗੱਲ ਕੀਤੀ ਹੈ, ਜਦੋਂ ਜੂਨ 2018 ਦੇ ਵਿੱਚ ਬਰਗਾੜੀ ਮੋਰਚਾ ਲੱਗਿਆ, ਸਿੱਖ ਜਥੇਬੰਦੀਆਂ ਨੇ ਇਨਸਾਫ ਦੀ ਮੰਗ ਕੀਤੀ, ਦਰਬਾਰ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਵਾਸਤੇ ਧਰਨਾ ਸ਼ੁਰੂ ਕੀਤਾ, ਅਤੇ ਬਾਦਲ ਸਾਹਿਬ ਉਹਨਾਂ ਦਿਨਾਂ 'ਚ ਰਿਟਾਇਰਮੈਂਟ ਲੈ ਚੁੱਕੇ ਸੀ ਐਕਟਿਵ ਸਿਆਸਤ 'ਚੋਂ। ਇਹ ਵਾਪਸ ਆਏ, ਬਠਿੰਡੇ ਪ੍ਰੈਸ ਕਾਨਫਰੰਸ ਕੀਤੀ, ਉਹਦੇ 'ਚ ਇਹਨਾਂ ਨੇ ਇਹੀ ਪੀਸ ਅਤੇ ਕਮਰਨਲ ਹਾਰਮਨੀ ਦੀ ਗੱਲ ਕੀਤੀ ਵੀ ਜਿਹੜੇ ਲੋਕ ਗ੍ਰੰਥ ਸਾਹਿਬ ਦੇ ਬੇਹਰਮਤੀ ਦਾ ਇਨਸਾਫ ਮੰਗ ਰਹੇ ਹੈ, ਇਹਨਾਂ ਤੋਂ ਪੀਸ ਅਤੇ ਕਮਰਨਲ ਹਾਰਮਨੀ ਨੂੰ ਖਤਰਾ ਹੈ। ਇਹ ਰਿਕਾਰਡ ਦਾ ਪਾਰਟ ਹੈ। ਨਾਲ ਇਹਨਾਂ ਨੇ ਕਿਹਾ ਸੀ ਕਿ ਇਹ ਉਹ ਲੋਕ ਹੈ ਜਿਹੜੇ ਕਿਸੇ ਵੇਲੇ ਨਾਅਰਾ ਦਿੰਦੇ ਰਹੇ ਕਿ ਪਹਿਲਾਂ ਵੱਢਾਂਗੇ ਮੋਨੇ, ਫਿਰ ਵੱਢਾਂਗੇ ਝੋਨੇ। ਇਹ ਇੱਕ ਵਾਰੀ ਨਹੀਂ ਕਿਹਾ ਬਾਦਲ ਸਾਹਿਬ ਨੇ, ਇਹ 2-3 ਜਿਹੜੀਆਂ ਉਸ ਤੋਂ ਬਾਅਦ ਇਹਨਾਂ ਦੀਆਂ ਕਾਨਫਰੰਸਾਂ ਹੋਈਆਂ ਉਹਦੇ ਵਿੱਚ ਵੀ ਇਹਨਾਂ ਨੇ ਰਿਪੀਟ ਕੀਤਾ ਸੀ। ਜੇ ਇਹਨਾਂ ਦੀ ਇਹੀ ਡੈਫੀਨੀਸ਼ਨ ਪੀਸ ਅਤੇ ਕਮਰਨਲ ਹਾਰਮਨੀ ਦੀ ਹੈ ਅਤੇ ਮੇਰੇ ਖਿਆਲ ਦੇ ਵਿੱਚ ਉਹਦੇ ਵਿੱਚ ਜਿਹੜੇ ਸੁਬੇਗ ਸਿੰਘ ਛਾਣੀ ਵਰਗੇ ਬੰਦੇ DGP ਲਾਏ, ਇਜ਼ਹਾਰ ਆਲਮ ਵਰਗੇ ਲਾਏ, ਉਹ ਪਰਫੈਕਟਲੀ ਫਿੱਟ ਹੁੰਦੇ ਹੈ। ਜੇ ਇਹੀ ਡੈਫੀਨੀਸ਼ਨ ਹੈ ਅਤੇ ਇਹਦਾ ਜਵਾਬ ਇਹੀ ਦੇ ਸਕਦੇ ਹੈ। ਲੇਕਿਨ ਸਮੱਸਿਆ ਸਿਰਫ ਪੀਸ ਅਤੇ ਹਾਰਮਨੀ ਦੀ ਨਹੀਂ ਗੀ, ਉਹ ਇਹਨਾਂ ਦੀ ਸਿਆਸੀ ਹੈ। ਹੁਣ ਅੱਗੇ ਇਹਨਾਂ ਨੇ ਇਹ ਦੇਖਣਾ ਹੈ ਜਾਂ BJP ਨੇ ਫੈਸਲਾ ਕਰਨਾ ਹੈ ਕਿ ਕੋਈ ਜਿਹੜੀ ਅੱਗੇ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਕਿਹਦੇ 'ਚ ਕਿੰਨੀ ਕੁ ਹੁਣ ਬੇਸ ਇਹਨਾਂ ਦੇ ਕੋਲ ਰਹਿ ਗਈ
ਅਕਾਲੀ ਦਲ ਦੀ। ਇਸ ਦਾ ਜਿਹੜੇ ਕਮਿਊਨਲ ਹਾਰਮੋਨੀ ਦੀ ਗੱਲ ਕਰਦੇ ਹੈਗੇ ਨੇ, ਤੇ ਪੰਜਾਬ ਇੱਕ ਵਾਹਦ ਸੂਬਾ ਹੈ ਜਿੱਥੇ ਦੋ ਫਿਰਕਿਆਂ ਦੇ ਵਿੱਚ ਕਦੀ ਲੜਾਈ ਝਗੜਾ ਨਹੀਂ ਹੋਇਆ, ਦੰਗੇ ਨਹੀਂ ਹੋਏ ਹੈਗੇ, ਤੇ ਇਹ ਕਿਉਂ ਵਾਰ-ਵਾਰ ਕਹਿ ਰਹੇ ਜੀ ਕਿ ਇੱਥੇ ਆਪਸੀ ਭਾਈਚਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ, ਫਿਰਕੂ ਭਾਵਨਾ ਨਾ ਵਿਗੜ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਸਾਡਾ ਬੀਜੇਪੀ ਦੇ ਨਾਲ ਗੱਠਜੋੜ ਜਾਰੀ ਰਹੇਗਾ? ਇਹ ਪੰਜਾਬ ਬੜੀ ਕਲਾਸੀਕਲ ਸਟੇਟ ਹੈ ਜੀ ਇੱਥੇ ਦੰਗੇ ਤਾਂ ਕਦੇ ਨਹੀਂ ਹੁੰਦੇ, ਜੀ ਲੇਕਿਨ ਸੋਸ਼ਲ ਟੈਂਸ਼ਨ ਬੜੀ ਹੁੰਦੀ ਹੈ ਜੀ ਇੱਥੇ। ਜਿਹੜਾ ਇਹ ਕਮਿਊਨਲਿਜ਼ਮ ਹੈ ਨਾ, ਇਹ ਇਸ਼ੂ ਬੇਸਡ ਹੈ। ਜੀ ਅਸੀਂ ਕਹਿੰਦੇ ਹਾਂ ਵੀ ਸਾਡੀ ਕਾਮਨ ਹੈਰੀਟੇਜ ਹੈ, ਹਿੰਦੂ ਸਿੱਖਾਂ ਦੀ ਬਿਲਕੁਲ ਹੈ, ਲੇਕਿਨ ਕਿਸੇ ਖਾਸ ਇਸ਼ੂ ਤੇ ਆ ਕੇ ਇਹ ਹੈਰੀਟੇਜ ਡਿਵਾਈਡ ਹੋ ਜਾਂਦੀ ਹੈ। ਮਸਲਨ ਦਰਿਆਈ ਪਾਣੀਆਂ ਸਿੱਖਾਂ ਦਾ ਮਸਲਾ ਤਾਂ ਨਹੀਂ, ਸਾਰੀ ਸਟੇਟ ਦਾ ਮਸਲਾ ਹੈ। ਇਹ ਸਿੱਖਾਂ ਦਾ ਮਸਲਾ ਕਿਉਂ ਬਣ ਗਿਆ, ਜਾਂ ਪੰਜਾਬੀ ਲੈਂਗੁਏਜ ਸਿੱਖਾਂ ਦਾ ਮਸਲਾ ਕਿਉਂ ਬਣ ਗਿਆ? ਜਦੋਂ ਅਕਾਲੀ ਦਲ ਨੇ ਚੰਡੀਗੜ੍ਹ ਮੰਗਿਆ ਤੇ ਉਦੋਂ ਇਹ ਸਿੱਖਾਂ ਦਾ ਮਸਲਾ ਕਿਉਂ ਬਣ ਗਿਆ? ਉੱਥੇ ਆ ਕੇ ਦਰਾੜ ਆ ਜਾਂਦੀ ਹੈ ਜੀ। ਸੋ ਪੰਜਾਬ 'ਚ ਜਿਹੜੀ ਪੀਸ ਹਾਰਮਨੀ ਹੈ ਉਹ ਬਾਕੀ ਸਟੇਟ ਦੇ ਨਾਲੋਂ ਡਿਫਰੈਂਟ ਹੈ, ਲੇਕਿਨ ਇਹਨਾਂ ਦਾ ਸਿਰਫ ਨਾਰਾ ਹੈ। ਤੇ ਹੁਣ ਪੀਸ ਤੇ ਹਾਰਮਨੀ ਨੂੰ ਹੁਣ ਤਾਂ ਕੋਈ ਖਤਰਾ ਨਹੀਂ ਜੀ। ਕਾਂਗਰਸ ਦੀ ਸਰਕਾਰ ਹੈਗੀ ਹੈ, ਸਭ ਕੁਝ ਠੀਕ ਠਾਕ ਚੱਲ ਰਿਹਾ ਹੁਣ ਤੱਕ ਫਿਲਹਾਲ, ਕੋਈ ਸੋਸ਼ਲ ਟੈਂਸ਼ਨ ਨਹੀਂ। ਤੇ ਇਹ ਕਿਵੇਂ ਸੋਚਦੇ ਆ ਕਿ ਇਹ ਪੀਸ ਤੇ ਹਾਰਮਨੀ ਸਿਰਫ ਇਹਨਾਂ ਦੀ ਹੀ ਜ਼ਿੰਮੇਵਾਰੀ, ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ। ਸਿੱਖ ਧਰਮ ਮਾਨਵਤਾ ਦਾ ਧਰਮ ਹੈ। ਸੋ ਜਿਹੜੇ ਇਹ ਬੇਸਿਕ ਫਿਲਾਸਫੀ ਸਿੱਖੀਜ਼ਮ ਦੀ ਹੈਗੀ ਹੈ ਉਹ ਤਾਂ ਪੀਸ ਦੀ ਹੈ। ਜਦੋਂ ਇਹਨੂੰ ਸਿਆਸੀ ਰੰਗਤ ਦਿੱਤੀ ਜਾਂਦੀ ਹੈ ਉਹਦੇ 'ਚ ਮੋਟਿਵ ਨਜ਼ਰ ਆਉਂਦੇ ਆ। ਹੋਰ ਜਿਹੜੀ ਮੁੱਖ ਜਿਹੜੀ ਗੱਲ ਆ ਕਿ 9 ਮਾਸ ਦਾ ਰਿਸ਼ਤਾ ਹੋ ਗਿਆ ਜੀ, ਕਦੀ ਪਤੀ ਪਤਨੀ ਦਾ ਰਿਸ਼ਤਾ ਕਹਿ ਦਿੰਦੇ ਨੇ, ਕਦੀ ਪੰਜਾਬ 'ਚ ਅਸੀਂ ਵੱਡੇ ਭਰਾ ਵਾਂ, ਪੰਜਾਬ ਨੂੰ ਛੱਡ ਕੇ ਬਾਕੀ ਸਟੇਟਾਂ 'ਚ ਅਸੀਂ ਛੋਟੇ ਭਰਾ। ਹੁਣ ਤੁਹਾਨੂੰ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਚਾਹੇ 9 ਮਾਸ ਦਾ ਰਿਸ਼ਤਾ, ਚਾਹੇ ਪਤੀ ਪਤਨੀ ਦਾ ਰਿਸ਼ਤਾ ਹੈਗਾ, ਚਾਹੇ ਵੱਡਾ ਭਰਾ ਛੋਟਾ ਭਰਾ ਦਾ ਮਸਲਾ ਹੈਗਾ, ਬੀਜੇਪੀ ਨੇ ਇੱਕ ਵਾਰ ਇਹਨਾਂ ਨੂੰ ਇਸ਼ਾਰਾ ਕਰਤਾ ਹੈਗਾ ਕਿ ਸਾਨੂੰ ਤੇ ਤੁਹਾਡੀ ਲੋੜ ਨਹੀਂ ਹੈਗੀ, ਤੁਸੀਂ ਰਹਿਣਾ ਚਾਹੁੰਦੇ ਤੇ ਚਾਹੇ ਪਤੀ ਬਣਾ ਲਓ, ਚਾਹੇ ਪਤਨੀ ਬਣਾ ਲਓ, ਚਾਹੇ ਛੋਟਾ ਬਣਾ ਲਓ, ਚਾਹੇ ਵੱਡਾ ਬਣਾ ਲਓ ਜੀ। ਇਹ ਇਸ਼ਾਰਾ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਕਾਫੀ ਦੇਰ ਪਹਿਲਾਂ ਉਹਨਾਂ ਨੇ ਕਰਤਾ ਸੀ, ਜਦੋਂ ਸੁਖਦੇਵ ਸਿੰਘ ਢੀਂਡਸਾ ਨੂੰ ਉਹਨਾਂ ਨੇ ਥਾਪੜਾ ਦਿੱਤਾ, ਉਦੋਂ ਇਸ਼ਾਰਾ ਇੱਕ ਤਰ੍ਹਾਂ ਇਹਨਾਂ ਨਾਲ ਹੋ ਗਿਆ ਸੀ। ਇਹ ਹੁਣ ਹਿੰਮਤ ਢੀਂਡਸਾ ਸਾਹਿਬ ਦੀ ਹੈ ਕਿ ਉਹ ਜ਼ੋਰ ਫੜਦੇ ਕਿ ਨਹੀਂ। ਮੇਰੇ ਖਿਆਲ ਤਾਂ ਜ਼ੋਰ ਨਹੀਂ ਫੜ ਰਹੇ। ਉਹ ਵੀ ਇਸੇ ਗੱਲ ਦਾ ਸ਼ਿਕਾਰ ਹੋ ਗਏ ਜਦੋਂ ਪੰਜਾਬ ਦੇ ਵਿੱਚ ਹੁਣ ਇਹ ਗੱਲ ਸਾਹਮਣੇ ਆ ਗਈ ਕਿ ਢੀਂਡਸਾ ਸਾਹਿਬ ਨੂੰ ਵੀ ਬੀਜੇਪੀ ਹੀ ਪ੍ਰੌਪ ਅਪ ਕਰ ਰਹੀ ਹੈ, ਤੇ ਮੇਰੇ ਖਿਆਲ ਇਹੀ ਉਹਨਾਂ ਦੀ ਕਮਜ਼ੋਰੀ ਹੈ। ਨਾਲ ਇਸੇ ਗੱਲ ਤੇ ਹੁਣ ਅਕਾਲੀ ਦਲ ਮਰ ਰਿਹਾ। ਅਕਾਲੀ ਦਲ ਨੇ ਆਪਣਾ ਨੁਮਾਇੰਦਾ ਕੈਬਨਿਟ 'ਚੋਂ ਕਿਸਾਨੀ ਦੇ ਮਸਲੇ 'ਤੇ ਬਾਹਰ ਕੱਢ ਲਿਆ ਜੀ। ਅਲਾਇੰਸ ਦੇ ਵਿੱਚ ਤਾਂ ਉਸ ਤਰ੍ਹਾਂ ਹੀ ਕਾਇਮ ਹੈ, ਜਿਹੜੀ ਪਾਰਟੀ ਕਿਸਾਨਾਂ ਦਾ ਗਲਾ ਘੁੱਟ ਰਹੀ ਹੈ ਤੁਸੀਂ ਉਹਦੇ ਨਾਲ ਤੁਸੀਂ ਅਲਾਇੰਸ ਕਰੀ ਬੈਠੇ ਹੋ ਜੀ। ਜੇ ਤਾਂ ਦੋਵੇਂ ਗੱਲਾਂ ਇਕੱਠੀਆਂ ਕਰਦੇ, ਜਿਸ ਦਿਨ ਇਹਨਾਂ ਨੇ ਵਜ਼ੀਰੀ ਛੱਡੀ ਸੀ, ਇਹ ਕੁਰਬਾਨੀ ਕੋਈ ਨਹੀਂ, ਵਜ਼ੀਰੀ ਛੱਡਣਾ ਕੋਈ ਕੁਰਬਾਨੀ ਨਹੀਂ ਹੈ। ਦੇਖੋ ਵਜ਼ੀਰੀ ਨਾਲੋਂ ਇੰਪੋਰਟੈਂਟ ਤੇ ਲਾਇੰਸ ਹੋ ਗਿਆ ਨਾ। ਵਜ਼ੀਰੀ ਇੰਨੀ ਇੰਪੋਰਟੈਂਟ ਹੀ ਜਿੰਨਾ ਲਾਇੰਸ ਇੰਪੋਰਟੈਂਟ ਹੈ। ਅਲਾਇੰਸ ਇੰਪੋਰਟੈਂਟ ਹੈ ਇਹਨਾਂ ਵਾਸਤੇ। ਜੀ ਜੀ, ਵਜ਼ੀਰੀ ਤਾਂ ਬੜੀ ਛੋਟੀ ਜਿਹੀ ਗੱਲ ਹੁੰਦੀ ਹੈ, ਵਜ਼ੀਰੀ ਤਾਂ ਆਉਂਦੀ ਜਾਂਦੀ ਰਹਿੰਦੀ ਹੈ। ਵਜ਼ੀਰੀ ਤਾਂ ਹੀ ਮਿਲੀ ਜੇ ਲਾਇੰਸ ਆ, ਜੇ ਲਾਇੰਸ ਨਾ ਹੁੰਦਾ ਵਜ਼ੀਰੀ ਕਿੱਥੋਂ ਮਿਲ ਜਾਣੀ ਸੀ? ਜੇ ਇਲੈਕਸ਼ਨ ਜਿੱਤੇ ਲੋਕਾਂ ਨੇ ਜਿਤਾਈ, ਇਹਨਾਂ ਦੀ ਆਪਣੀ ਅਚੀਵਮੈਂਟ ਤਾਂ ਕੋਈ ਨਹੀਂ ਨਾ। ਕੁਰਬਾਨੀ ਉਹ ਹੁੰਦੀ ਹੈ ਜੋ ਕੋਈ ਆਪਣੀ ਪਰਸਨਲ ਚੀਜ਼ ਕੋਈ ਛੱਡੇ। ਜੀ ਜੀ, ਇਹ ਤਾਂ ਪਰਸਨਲ ਚੀਜ਼ ਨਹੀਂ ਹੈ, ਪਾਰਟੀ ਦੀ ਦਿੱਤੀ ਵਜ਼ੀਰੀ ਹੈ, ਛੱਡਤੀ ਤਾਂ ਠੀਕ ਹੈ, ਪਾਰਟੀ ਨੇ ਛਡਾਤੀ। ਕੁਰਬਾਨੀ ਦੀ ਕਿਹੜੀ ਗੱਲ ਹੈਗੀ ਹੈ ਜੀ। ਉਹ ਹੁਣ ਕਹਿ ਰਹੇ ਕਿ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ਡਾਕਟਰ ਚੀਮਾ ਕਹਿ ਰਹੇ ਨੇ ਕਿ ਜਾ ਕੇ ਦਰਬਾਰ ਸਾਹਿਬ ਨਤਮਸਤਕ ਹੋਣਗੇ ਜੀ। ਦੇਖੋ ਗੱਲ ਡਾਇਵਰਟ ਹੋ ਜਾਏਗੀ 2 ਮਿੰਟ ਵਾਸਤੇ, ਪਰ ਮੈਂ ਕਰਨਾ ਚਾਹੂੰਗਾ। ਜੀ ਜੀ ਜੀ। ਅਕਾਲੀ ਦਲ ਦਾ ਦਫ਼ਤਰ ਕਈ ਦਹਾਕੇ ਦਰਬਾਰ ਸਾਹਿਬ ਦੇ ਵਿੱਚ ਸੀ ਜੀ। ਪੁਰਾਣੇ ਦਫ਼ਤਰ ਦੇ ਵਿੱਚ ਇੱਕ ਕਮਰਾ ਉੱਪਰ ਪ੍ਰਧਾਨ ਦਾ ਹੁੰਦਾ ਸੀ, ਨਾਲ ਬਾਥਰੂਮ ਹੁੰਦਾ ਸੀ। ਪ੍ਰਧਾਨ ਨੇ ਆਉਣਾ ਰਹਿਣਾ ਉੱਥੇ, ਰਾਤ ਨੂੰ ਨਾਰਮਲ ਆਉਣ ਜਾਂਦੇ ਰਹਿੰਦੇ ਸੀ ਪ੍ਰਧਾਨ। ਮੈਂ ਵੀ ਉੱਥੇ ਰਿਹਾ ਅੰਮ੍ਰਿਤਸਰ। ਜੀ ਜੀ, ਸਾਰਾ ਕੁਝ ਦੇਖਦੇ ਰਹੀਦਾ। ਤੇ ਹੁਣ ਹਾਲਤ ਇਹ ਬਣ ਗਈ ਓਵਰ ਦੀ ਈਅਰਸ, ਜਦੋਂ ਤੋਂ ਬਾਅਦ ਦਫ਼ਤਰ ਸ਼ਿਫਟ ਹੋਇਆ ਜੀ। ਹੁਣ ਇਹ ਖਬਰ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਆਪਣੀ ਪਤਨੀ ਦੇ ਨਾਲ। ਜੀ ਜੀ, ਇਹ ਕਿੱਥੇ ਤੱਕ ਇਹ ਗੱਲ ਪਹੁੰਚ ਚੁੱਕੀ ਹੈ ਸਿੱਖਾਂ ਦੀ। ਸਿੱਖਾਂ ਨੇ ਸੋਚਣਾ ਇਸ ਵਾਸਤੇ। ਇਹ ਵੀ ਹੋ ਸਕਦਾ ਕੱਲ੍ਹ ਨੂੰ ਜਦੋਂ ਜਾਣ ਇਹਨਾਂ ਵਾਸਤੇ ਰੈੱਡ ਕਾਰਪੈਟ ਵਿਛੀ ਹੋਵੇ ਕਿ ਬੜੀ ਵੱਡੀ ਕੁਰਬਾਨੀ ਕਰਕੇ ਆਏ। ਤਾਂ ਫਿਰ ਅਣਦੱਸੀ ਹੋਈ ਭੁੱਲ ਬਖਸ਼ਾਉਣ ਜਾ ਰਹੇ ਹੈਗੇ ਨੇ ਕਿ ਜਾਂ ਸ਼ੁਕਰਾਨਾ ਕਰਨ ਜਾ ਰਹੇ ਨੇ? ਦੇਖੋ ਜੀ, ਇਹ ਤਾਂ ਕਹਿ ਰਹੇ ਵੀ ਅਸੀਂ ਸ਼ੁਕਰਾਨਾ ਕਰਨ ਜਾ ਰਹੇ ਹਾਂ। ਜੀ ਜੀ, ਹਾਂਜੀ। ਸ਼ੁਕਰਾਨਾ ਕਿਹੜੀ ਗੱਲ ਦਾ? ਮੇਰੇ ਤਾਂ ਇਹ ਗੱਲ ਨਹੀਂ ਪੱਲੇ ਪੈ ਰਹੀ। ਚਲੋ ਇਹ ਇਹਨਾਂ ਦਾ ਆਪਣਾ ਮਸਲਾ ਹੈ, ਧਾਰਮਿਕ ਮਸਲਾ ਹੈ, ਮੈਂ ਇਹਦੇ ਵਿੱਚ ਨਹੀਂ ਪੈਣਾ ਚਾਹੁੰਦਾ। ਗੱਲ ਸਿਆਸਤ ਦੀ ਹੈ। ਜੀ, ਮੈਂ ਇਹਨਾਂ ਦੇ ਅਸਤੀਫੇ ਤੇ ਆਊਂਗਾ। ਜੀ ਜੀ, ਇਹਨਾਂ ਨੇ ਕਿਹਾ ਵੀ ਸਾਨੂੰ ਪਤਾ ਨਹੀਂ ਲੱਗਿਆ। ਜੀ ਜੀ,
ਆਪਾਂ ਮੰਨ ਲੈਂਦੇ ਵੀ ਨਹੀਂ ਪਤਾ ਲੱਗਾ, ਕੋਈ ਐਸੀ ਗੱਲ ਨਹੀਂ ਗੀ। ਹੋ ਸਕਦਾ ਹੈ ਕੈਬਨਿਟ ਮਿਨਿਸਟਰ ਨੂੰ ਇਹ ਨਾ ਪਤਾ ਹੋਵੇ ਕਿ ਮੇਰੀ ਸਰਕਾਰ 'ਚ ਕੀ ਹੋ ਰਿਹਾ ਹੈ, ਜਦ ਕਿ ਮਹਿਕਮਾ ਇਹਨਾਂ ਦਾ ਫੂਡ ਪ੍ਰੋਸੈਸਿੰਗ ਹੈ, ਰਿਲੇਟਡ ਹੈ, ਸਿੱਧਾ ਹੀ ਰਿਲੇਟਡ ਹੈ। ਕੋਈ ਹੋਰ ਮਹਿਕਮਾ ਨਹੀਂ ਹੈ ਜਿਹੜਾ ਸਿੱਧਾ ਫੂਡ ਨਾਲ ਰਿਲੇਟਡ ਮਹਿਕਮਾ ਹੈ, ਇਹਨਾਂ ਦਾ ਉਹ ਹੈ। ਤੇ ਇੱਕ ਬੜੀ ਕਮਾਲ ਦੀ ਗੱਲ ਹੈ ਵੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਸਰਕਾਰ ਇਹਨਾਂ ਦੇ ਮਹਿਕਮੇ ਨਾਲ ਸੰਬੰਧਿਤ ਕੀ ਕੁਝ ਕਰ ਰਹੀ ਹੈ। ਨੰਬਰ 1, ਆਪਾਂ ਚਲੋ ਇਹ ਵੀ ਗੱਲ ਮੰਨ ਕੇ ਤੁਰ ਪੈਂਦੇ ਵੀ ਨਹੀਂ ਪਤਾ ਸੀ। ਜੇ ਇਹਨਾਂ ਨੂੰ ਨਹੀਂ ਸੀ ਪਤਾ ਤੇ ਹਰਸਿਮਰਤ ਕੌਰ ਬਾਦਲ ਨੇ ਇੱਕੋ ਦਿਨ 3 TV ਚੈਨਲ ਨੂੰ ਇੰਟਰਵਿਊ ਦਿੱਤੀ, ਜਿਹਦੇ 'ਚ ਡਟ ਕੇ ਆਰਡੀਨੈਂਸ ਦੀ ਸਪੋਰਟ ਕੀਤੀ। ਨਹੀਂ, ਸੁਖਬੀਰ ਬਾਦਲ ਵੀ ਸਪੋਰਟ ਕਰਦੇ। ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਜੀ ਜੀ ਜੀ। ਡਟ ਕੇ ਸਪੋਰਟ ਕੀਤੀ ਤਿੰਨਾਂ ਆਰਡੀਨੈਂਸਿਸ ਦੀ। ਜੇ ਇਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਆਰਡੀਨੈਂਸ ਕੀ ਹੈਗੇ ਹੈ ਤੇ ਇਹਨਾਂ ਨੇ ਸਪੋਰਟ ਡਟ ਕੇ ਉਦੋਂ ਕਿਉਂ ਕੀਤੀ? ਇਹਨਾਂ ਹੀ ਆਰਡੀਨੈਂਸਿਸ ਹੀ ਕੀਤੀ ਨਾ, ਜੋ ਕੁਛ ਬਾਅਦ ਵਿੱਚ ਬਿੱਲ ਆਇਆ। ਜੀ ਜੀ। ਇਹਨਾਂ ਨੇ ਉਦੋਂ ਇਹ ਨਹੀਂ ਕਿਹਾ ਕਿ ਸਾਡੇ ਆਹ ਖਦਸ਼ੇ ਹੈਗੇ ਆ, ਜਾਂ ਤਾਂ ਉਸ ਵੇਲੇ ਕਹਿੰਦੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਸਾਡੀ ਆਹ ਰਿਜ਼ਰਵੇਸ਼ਨ ਹੈ, ਅਸੀਂ ਸੈਂਟਰ ਨੂੰ ਆਹ ਚੇਂਜ ਕਰਨ ਵਾਸਤੇ ਕਿਹਾ। ਇਹਨਾਂ ਦਾ ਕਿਤੇ ਉਸ ਦਿਨ ਤਿੰਨਾਂ ਇੰਟਰਵਿਊ ਦੇ ਵਿੱਚ ਬਿਲਕੁਲ ਕੋਈ ਜ਼ਿਕਰ ਨਹੀਂ। ਮੈਂ ਹੁਣ ਅੱਗੇ ਚੱਲਦਾ। ਸੁਖਬੀਰ ਬਾਦਲ, ਸੁਣਿਆ ਇਹ ਗਿਆ ਕਿ ਜਿਸ ਦਿਨ ਇਹਨਾਂ ਦੀ ਇੰਟਰਵਿਊ ਸੀ ਉਸ ਦਿਨ ਪਾਰਟੀ ਦੇ ਵਿੱਚ ਇਹ ਫੈਸਲਾ ਹੋ ਗਿਆ ਸੀ ਕਿ ਆਪਾਂ ਇਸ ਮਸਲੇ 'ਤੇ ਚੁੱਪਧਾਰੀ ਰੱਖੀਏ, ਲੇਕਿਨ ਇਹ ਨਾਲ ਔਰ ਇਹਨਾਂ ਨੇ ਆਪ ਹੀ ਉਸ ਦਿਨ ਇੰਟਰਵਿਊ ਦਿੱਤੀ। ਚਲੋ ਮੰਨ ਲਿਆ ਵੀ ਉਹ ਵੀ ਹੋ ਗਈ। ਨੈਕਸਟ ਡੇ ਸਰ ਸੁਖਬੀਰ ਸਿੰਘ ਬਾਦਲ ਇੱਕ ਐਮਰਜੈਂਸੀ ਪ੍ਰੈਸ ਕਾਨਫਰੰਸ ਕਰਦੇ ਆ ਜੀ, ਸ਼ਾਮ ਨੂੰ 5:30 ਵਜੇ। ਸਿੰਗਲ ਇਸ਼ੂ ਸੀਗਾ, ਉਹ ਸੀ ਸਪੋਰਟ ਟੂ ਦੀ ਆਰਡੀਨੈਂਸਿਸ। ਇਹ ਕਹਿੰਦੇ ਸਾਨੂੰ ਪਤਾ ਨਹੀਂ। ਪਹਿਲਾਂ ਤਾਂ ਹਰਸਿਮਰਤ ਕੌਰ ਬਾਦਲ ਕੈਬਨਿਟ ਮਿਨਿਸਟਰ ਅਕਾਲੀ ਦਲ 'ਚੋਂ ਉਹ 3 ਇੰਟਰਵਿਊਜ਼ ਦਿੰਦੀ ਹੈ TV ਤੇ। 24 ਘੰਟੇ ਦੇ ਵਿੱਚ ਉਹਨਾਂ ਹਸਬੈਂਡ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹੀ ਗੱਲ ਰਿਪੀਟ ਕਰਦਾ ਹੈ। ਇਹ ਘੱਟੋ ਘੱਟ ਲੋਕਾਂ ਨੂੰ ਜਵਾਬ ਤਾਂ ਦੇਣ ਬਈ ਉਹ ਸਾਰਾ ਫਿਨਾਮਨਾ ਕੀ ਸੀ। ਮੇਰੇ ਕੋਲ ਇੱਕ ਹੋਰ ਵੀਡੀਓ ਸ਼ੁਰੂ ਦੀ ਬੜੀ ਲੰਬੀ ਸੁਖਬੀਰ ਸਿੰਘ ਬਾਦਲ ਦੀ ਪਈ ਹੈ ਜੀ, ਉਹ ਸੁਣਨ ਵਾਲੀ ਹੈ। ਜੋ ਕੁਛ ਹੁਣ ਉਹ ਕਹਿ ਰਹੇ ਹੈ ਤੇ ਉਹ ਵੀਡੀਓ ਕੀ ਹੈ ਇਹ ਐਕਸਪਲੇਨ ਤਾਂ ਇਹੀ ਕਰ ਸਕਦੇ ਆ। ਮੈਂ ਹੋਰ ਅੱਗੇ ਚੱਲਦਾ। ਇੱਕ ਹੋਰ ਮੈਂ ਤੁਹਾਨੂੰ ਰੋਕਦਾ ਹੈਗਾ। ਮੰਨ ਲਓ ਲੋਕਾਂ ਨੂੰ ਹਰਸਿਮਰਤ ਕੌਰ ਬਾਦਲ ਤੇ ਵਿਸ਼ਵਾਸ ਨਹੀਂ ਆਇਆ, ਇਹਨਾਂ ਬੜੀ ਵਕਾਲਤ ਕੀਤੀ। ਸੁਖਬੀਰ ਸਿੰਘ ਬਾਦਲ ਤੇ ਕਿਸਾਨਾਂ ਨੂੰ ਨਹੀਂ ਆਇਆ ਵੀ ਨਹੀਂ ਇਹ ਬੰਦਾ ਗਲਤ ਹੋ ਸਕਦਾ। ਉਸ ਤੋਂ ਬਾਅਦ ਅਚਾਨਕ ਜਿਹੜੇ ਕਈ ਮਹੀਨਿਆਂ ਤੋਂ ਚੁੱਪ ਕਰਕੇ ਬੈਠੇ ਸੀ ਜਾਂ ਸਿਹਤ ਪੱਖੋਂ ਜਾਂ ਉਹਨੂੰ ਲੱਗਦਾ ਕਿ ਨਹੀਂ ਹੁਣ ਅਕਾਲੀ ਦਲ ਆਪਣੇ ਪੈਰਾਂ 'ਤੇ ਖੜਾ ਹੋ ਚੁੱਕਾ, ਚੱਲ ਰਿਹਾ, ਅੱਗੇ ਵੱਧ ਰਿਹਾ ਹੈਗਾ। ਪ੍ਰਕਾਸ਼ ਸਿੰਘ ਬਾਦਲ ਆਉਂਦੇ ਇੱਕ ਸੀਨ ਦੇ ਵਿੱਚ, ਉਹ ਵੀ ਕਹਿੰਦੇ ਕਿ ਨਹੀਂ ਕਮਾਲ ਦੇ ਬਿੱਲ ਨੇ ਤੇ ਕਮਾਲ ਦੀ ਮੋਦੀ ਸਰਕਾਰ ਹੈ ਤੇ ਕਿਸਾਨਾਂ ਦਾ ਬਹੁਤ ਭਲਾ ਹੋਏਗਾ ਜੀ। ਮੈਂ ਉਸੇ ਗੱਲ 'ਤੇ ਹੀ ਆਉਣ ਲੱਗਿਆ ਸੀ। ਜਦੋਂ ਇਹ ਮੀਆਂ ਬੀਵੀ ਨੇ ਸਟੈਂਡ ਲਿਆ ਆਰਡੀਨੈਂਸ 'ਤੇ ਤੇ ਕਿਸਾਨੀ ਸਾਰੀ ਸੜਕਾਂ 'ਤੇ ਆ ਗਈ, ਉਦੋਂ ਘੱਟੋ ਘੱਟ ਮੈਨੂੰ ਇਹ ਲੱਗ ਰਿਹਾ ਸੀਗਾ ਬਈ ਅਲਟੀਮੇਟਲੀ ਜੇ ਵਾਪਸ ਜਾਣ ਦਾ ਰਸਤਾ ਇਹਨਾਂ ਕੋਲੇ ਹੈਗਾ ਉਹ ਸਭ ਪ੍ਰਕਾਸ਼ ਸਿੰਘ ਬਾਦਲ ਹੈ। ਜਿਸ ਦਿਨ ਇਹ ਬਾਦਲ ਸਾਹਿਬ ਨੂੰ ਸਪੋਰਟ ਦੇ ਵਿੱਚ ਲੈ ਆਏ ਉਹ 'ਚੋਂ 2 ਗੱਲਾਂ ਸਪਸ਼ਟ ਸੀਗੀਆਂ। ਇੱਕ ਤਾਂ ਵਾਪਸ ਜਾਣ ਦਾ ਰਸਤਾ ਇਹਨਾਂ ਨੇ ਬੰਦ ਕਰ ਲਿਆ, ਦੂਸਰਾ ਕਿ ਇਹਨਾਂ ਤੇ ਮੀਆਂ ਬੀਵੀ ਤੇ ਦੋਵਾਂ ਤੇ ਕਿਸਾਨ ਵਿਸ਼ਵਾਸ ਨਹੀਂ ਕਰ ਰਿਹਾ। ਵਿਸ਼ਵਾਸ ਨਾ ਕਰਨਾ ਬੜੀ ਵੱਡੀ ਗੱਲ ਹੈ। ਅਕਾਲੀ ਦਲ ਦੇ ਪ੍ਰਧਾਨ ਤੇ ਜੇ ਕਿਸਾਨੀ ਵਿਸ਼ਵਾਸ ਨਹੀਂ ਕਰ ਰਹੀ ਤੇ ਇਹਨਾਂ ਦਾ ਬੇਸ ਉੱਡ ਗਿਆ। ਪੰਥਕ ਬੇਸ ਉਹੀ ਲੋਕ ਪੰਥ ਵਾਲੇ ਹਨ, ਜੇ ਪੰਥ 'ਚ ਪਹਿਲਾਂ ਹੀ ਜਾ ਚੁੱਕੇ ਹੈ। ਜੇ ਕਿਸਾਨੀ ਪੰਥ ਦੋਵੇਂ ਇਕੱਠਾ ਹੋ ਜਾਂਦਾ ਹੈ ਤੇ ਅਕਾਲੀ ਦਲ ਦੀ ਹਾਲਤ ਤਾਂ 2017 ਤੋਂ ਮਾੜੀ ਹੋਣੀ ਸੀਗੀ। ਸੋ ਜਦੋਂ ਬਾਦਲ ਸਾਹਿਬ ਨੂੰ ਲਿਆਏ ਤਾਂ ਗੱਲ ਬੜੀ ਕਲੀਅਰ ਹੋ ਗਈ ਕਿ ਇਹ ਡਟ ਗਏ ਇਹਦੇ ਹੱਕ ਦੇ ਵਿੱਚ ਤੇ ਵਾਪਸ ਨਹੀਂ ਜਾਣਗੇ। ਜਦੋਂ ਕਿਸਾਨ ਅਲਟੀਮੇਟਲੀ ਇਹਨਾਂ ਨੇ ਘਰ ਬਾਦਲ ਪਿੰਡ ਦੇ ਗੇਟ ਤੇ ਆ ਕੇ ਧਰਨਾ ਮਾਰਤਾ ਲੋਕਾਂ ਨੇ, ਮੈਨੂੰ ਲੱਗਦਾ ਉਦੋਂ ਇਹ ਡਰੇ। ਹੁਣ ਸੁਖਬੀਰ ਸਿੰਘ ਬਾਦਲ ਕਹਿ ਰਹੇ ਕਿ ਮੈਂ ਵੀ ਕਿਸਾਨ ਦਾ ਪੁੱਤਰ ਹਾਂ ਤੇ ਹਰਸਿਮਰਤ ਕੌਰ ਬਾਦਲ ਕਹਿ ਰਹੇ ਜੀ ਮੈਂ ਪੰਜਾਬ ਦੀ ਧੀ ਬਣ ਚੁੱਕੀ ਹੈਗੀ ਆ। ਇਹ ਕਿਸਾਨ ਦਾ ਪੁੱਤਰ, ਪੰਜਾਬ ਦਾ ਪੁੱਤਰ ਤੇ ਪੰਜਾਬ ਦੀ ਧੀ, ਇਹ 2022 ਦੀਆਂ ਚੋਣਾਂ ਕਰਕੇ ਆਪਣੇ ਆਪ ਨੂੰ ਖਿਤਾਬ ਲੈ ਲਿਆ ਕਿ ਜਾਂ ਤੁਸੀਂ ਕਹਿ ਰਹੇ ਕਿ ਪੰਥ ਨੇ ਤੇ ਪਹਿਲਾਂ ਹੀ ਇਹਨਾਂ ਨੂੰ ਸਾਈਡ ਤੇ ਕਰ ਦਿੱਤਾ ਹੈਗਾ ਤੇ ਜਿਹੜੀ ਕਿਸਾਨੀ ਆ ਉਹਨਾਂ ਨੇ ਵੀ ਇਹਨਾਂ ਨੂੰ ਦੁਰਕਾਰਤਾ। ਨਹੀਂ, ਕਮਾਲ ਦੀ ਗੱਲ ਹੈ ਵੀ ਆਪ ਤਾਂ ਕਲੇਮ ਜੋ ਮਰਜ਼ੀ ਕਰੀ ਜਾਓ। ਜਾਂ ਤਾਂ ਜਦੋਂ ਇਹ ਬਾਹਰ ਆਏ ਸੀ ਨਾਲ ਅਲਾਇੰਸ ਵੀ ਖਤਮ ਕਰ ਦਿੰਦੇ, ਫਿਰ ਤਾਂ ਇਹਦਾ ਕੋਈ ਇੰਪੈਕਟ ਪੈਣਾ ਸੀ। ਨਾਲ ਹੀ ਸਾਰੇ ਕਿਸਾਨ ਜਥੀਆਂ ਬੰਦੀਆਂ ਨੇ ਸਭ ਨੇ ਕਹਿਤਾ ਵੀ ਇਹ ਤਾਂ ਡਰਾਮਾ ਹੈ ਮਹਿਜ ਆਪਣੀ ਫਰਦਰ ਸਾਖ ਬਚਾਉਣ ਵਾਸਤੇ। ਸੋ ਨਿਸ਼ਾਨਾ ਇਹਨਾਂ ਦਾ 2022 ਹੈ। ਇਹਨਾਂ ਨੇ ਆਪਣਾ ਕਾਰਡ ਪਲੇ ਕਰਤਾ ਅਲਟੀਮੇਟ।
ਇਸ ਤੋਂ ਬਾਅਦ ਤਾਂ ਕੁਝ ਨਹੀਂ, ਇਸ ਤੋਂ ਬਾਅਦ ਤਾਂ ਅਲਾਇੰਸ 'ਚੋਂ ਬਾਹਰ ਆਉਣਾ ਹੈ। ਜਿੰਨਾ ਕੁ ਅਸਰ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦਾ ਹੋਇਆ ਹੈ, ਉਹੀ ਅਸਰ ਹੁਣ ਅਲਾਇੰਸ 'ਚੋਂ ਜੇ ਛੱਡ ਕੇ ਬਾਹਰ ਆ ਜਾਣ ਉਹਦਾ ਵੀ ਇੰਨਾ ਕੀ ਹੋਏਗਾ, ਕਿਉਂਕਿ ਟਾਈਮਿੰਗ ਗਲਤ ਹੋ ਗਈ। ਮਤਲਬ 0-0 ਉਹੀ ਰਹਿ ਗਿਆ। ਹਾਂ, ਹੁਣ ਉਹ ਰਹਿ ਗਿਆ। ਇਹ ਟਾਈਮਿੰਗ ਬੜੀ ਇੰਪੋਰਟੈਂਟ ਹੁੰਦੀ ਹੈ ਪੋਲਿਟਿਕਸ ਦੇ ਵਿੱਚ। ਇਹ ਮੇਰੇ ਖਿਆਲ ਟਾਈਮਿੰਗ ਇਹਨਾਂ ਦੀ ਗਲਤ ਹੋ ਗਈ। ਦੋਵੇਂ ਐਕਸ਼ਨ ਇਕੱਠੇ ਹੁੰਦੇ ਤੇ ਫਿਰ ਉਹਦਾ ਇੰਪੈਕਟ ਕੋਈ ਪੈਣਾ ਸੀ। ਜੀ ਹੋਰ ਕਿ ਜਿਹੜਾ ਬਾਦਲ ਸਾਹਿਬ ਜਦੋਂ 1996 ਚ ਪ੍ਰਧਾਨ ਬਣਦੇ ਹੈਗੇ ਨੇ ਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ਅੱਖਾਂ ਬੰਦ ਕਰਕੇ ਦੇ ਦਿੰਦੇ ਨੇ, ਮਦਦ ਕਰ ਦਿੰਦੇ ਨੇ। ਤੁਸੀਂ ਦੱਸਦੇ ਕਿ ਉਸ ਤੋਂ ਪਹਿਲਾਂ ਵਾਲਾ ਅਕਾਲੀ ਦਲ ਹੋਰ ਸੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ 96 ਚ ਪ੍ਰਧਾਨ ਬਣਦੇ, ਉਸ ਤੋਂ ਬਾਅਦ ਅਕਾਲੀ ਦਲ ਦੀ ਰੂਪ ਰੇਖਾ, ਵਿਧਾਨ, ਸੰਵਿਧਾਨ ਸਭ ਕੁਝ ਬਦਲ ਗਿਆ। ਹੁਣ 2020 ਆ ਜੀ, ਤੁਹਾਨੂੰ ਲੱਗਦਾ ਕਿ ਅਲਾਇੰਸ ਇੱਕ 1900 ਜਿਹੜਾ ਬਣਿਆ ਇਹਨਾਂ ਦਾ 67 ਤੋਂ ਸ਼ੁਰੂ ਹੁੰਦਾ, ਫਿਰ 96 ਤੱਕ, ਤੇ 96 ਤੋਂ ਬਾਅਦ ਜਿਹੜਾ ਹੁਣ 2020 ਸੁਖਬੀਰ ਸਿੰਘ ਬਾਦਲ ਤੋਂ ਅੱਗੇ ਚੱਲਦਾ, ਇਹ ਹੁਣ ਤੋੜ ਵਿਛੋੜ ਐਂਡ ਹੈ ਕਿ ਜਾਂ ਹੱਲੇ ਵੀ ਇਹ ਮਜਬੂਰੀ ਵਾਲਾ ਹੀ ਹੈ ਜੀ? ਹੁਣ ਫਰਕ ਇਸ ਤੇ ਅੱਗੇ ਫਿਰ ਫਰਕ ਕਿਵੇਂ, ਜੋ ਸੁਖਬੀਰ ਸਿੰਘ ਬਾਦਲ ਟੇਕ ਓਵਰ ਕਰ ਲੈਂਦੇ ਅੱਗੇ ਫਿਰ ਫਰਕ ਹੈ। ਜਿਹੜੇ ਸੁਖਬੀਰ ਸਿੰਘ ਬਾਦਲ ਦੇ ਐਡਵਾਈਜ਼ਰਸ ਹੈਗੇ ਮੇਰੇ ਖਿਆਲ ਦੇ ਵਿੱਚ, ਉਹਨਾਂ ਨੇ ਇਹਨਾਂ ਨੂੰ ਕਨਵਿੰਸ ਕਰਤਾ ਵੀ ਸਿੱਖੀ ਸਪੋਰਟ ਦੀ ਤੁਹਾਨੂੰ ਕੋਈ ਲੋੜ ਨਹੀਂ। ਅੱਛਾ ਬਈ ਤੁਸੀਂ ਹਿੰਦੂ ਤੇ ਦਲਿਤ ਨਾਲ ਲਓ, ਸਿੱਖ ਤਾਂ ਕੁਛ ਤਾਂ ਆਪਣਾ ਵੀ ਪੈ ਜਾਣਾ ਜੀ, ਤੇ ਇਸ ਲਾਈਨ ਤੇ ਚੱਲੋ। ਤੇ ਇਸ ਕਰਕੇ ਇਹ ਅਲਾਇੰਸ ਚੋਂ ਮੇਰੇ ਖਿਆਲ 'ਚ ਬਾਹਰ ਨਹੀਂ ਆਏ। ਸੋ ਜੇ ਇਹ ਫਰਕ ਹੈ ਅਲਾਇੰਸ ਦੇ ਵਿੱਚ, ਪਹਿਲੀ ਸੋਚ ਬਾਦਲ ਸਾਹਿਬ ਵਾਲੀ ਸੋਚ ਵੱਖਰੀ ਸੀਗੀ, ਇੱਥੇ ਹੁਣ ਸੋਚ ਇਹ ਵੀ ਸਾਨੂੰ ਸਿੱਖਾਂ ਦੀ ਬਹੁਤੀ ਲੋੜ ਨਹੀਂ। ਜੇ ਲੋੜ ਨਹੀਂ ਫਿਰ ਵਾਰ-ਵਾਰ ਇੱਧਰ ਵਾਪਸ ਕਿਉਂ ਭੱਜਦੇ? SGPC ਦਾ ਖੜਾ ਛੱਡ ਦਿਓ, ਅਨਾਉਂਸ ਕਰ ਦਿਓ ਵੀ ਅਸੀਂ ਧਾਰਮਿਕ ਮਸਲਿਆਂ ਤੋਂ ਪਾਸੇ ਹੋਏ ਤੇ ਸਿੰਪਲ ਪੋਲਿਟਿਕਸ ਕਰਾਂਗੇ, ਫਿਰ ਗੱਲ ਵੱਖਰੀ ਹੈ। ਇਹ ਵਿੱਚ ਵਿਚਾਲੇ ਹੈ। ਸਲਾਹ ਇਹਨਾਂ ਨੂੰ ਇਹ ਦਿੱਤੀ ਜਾਂਦੀ ਹੈ, ਇਹਨਾਂ ਦੇ ਸਾਰੇ ਐਕਸ਼ਨ ਉਹੀ ਹੁੰਦੇ ਹੈ ਜਿਹੜੀ ਇਸ ਸੋਚ ਚੋਂ ਨਿਕਲਦੇ ਹੈ। ਇਹ ਅਕਾਲੀ ਦਲ ਬਿਨਾਂ ਸਿੱਖਾਂ ਦੀ ਸਪੋਰਟ ਤੋਂ ਪਾਵਰ 'ਚ ਆ ਸਕਦਾ ਹੈ। ਲੱਗਦਾ ਜਿਹੜੇ ਸਿੱਖੀ ਨੂੰ ਛੱਡ ਕੇ ਕੋਈ ਵੀ ਪਾਰਟੀ ਆ ਉਹ ਸਿਆਸਤ ਕਰ ਸਕਦੀ ਹੈ ਜੀ? ਮੇਰੀ ਬੜੀ ਸਿੰਪਲ ਜੀ ਫਾਰਮੂਲੇਸ਼ਨ ਹੈ ਇਹਦੇ ਬਾਰੇ। ਜਿਹੜੀ ਪੰਜਾਬ ਦੀ ਪੋਲੀਟੀਕਲ ਡਾਇਨਾਮਿਕਸ ਹੈ, ਇਹਨੂੰ ਸਿੱਖ ਰਿਲੀਜੀਅਸ ਪੋਲਿਟਿਕਸ ਡਿਕਟੇਟ ਕਰਦੀ ਹੈ। ਆਪਾਂ ਪਿੱਛੇ ਜਾ ਕੇ ਦੇਖੀਏ, ਕਿਸੇ ਟਾਈਮ ਤੇ ਪੰਜਾਬ ਨੈਸ਼ਨਲ ਪੋਲਿਟਿਕਸ ਮਿਸਿਸ ਗਾਂਧੀ ਵੇਲੇ ਜਾਂ ਉਸ ਤੋਂ ਬਾਅਦ ਵੀ ਡਿਕਟੇਟ ਕਰਦਾ ਰਿਹਾ। ਹੁਣ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਸਾਡੇ ਲੀਡਰ ਗੱਲ ਕਰਦੇ ਕਿ ਪੰਜਾਬ ਦੇ ਵਿੱਚ ਖਤਰਾ ਹੈ ਜੀ, ਉਹ ਇਸ਼ੂ ਫਿਰ ਡਿਕਟੇਟ ਕਰਦਾ ਹੈ। ਪੰਜਾਬ ਦੀ ਪੋਲਿਟਿਕਸ ਤਾਂ ਸਿੱਖ ਪੋਲਿਟਿਕਸ ਡਿਕਟੇਟ ਕਰਦੀ ਹੈ। ਹਿੰਦੂ ਪੋਲਿਟਿਕਸ ਉਹਦੇ ਰਿਐਕਸ਼ਨ ਹੈ ਨੰਬਰ 2। ਜਿਹੜੀ ਦੂਸਰੀ ਹੈ ਨਾਲ ਇਹਦੇ ਇਲੈਕਟੋਰਲ ਪੋਲਿਟਿਕਸ, ਉਹ ਵੱਖਰੀ ਹੈ। ਇਲੈਕਟੋਰਲ ਪੋਲਿਟਿਕਸ ਦੇ ਵਿੱਚ ਹਿੰਦੂ ਬੈਟਰ ਕਰਦਾ, ਇਹਨਾਂ ਦੀ ਥਿੰਕਿੰਗ ਉੱਥੇ ਡੋਮੀਨੇਟ ਹੁੰਦੀ ਹੈ। ਜੇ ਸਿੱਖ ਸਟਰੀਮ ਸਾਰੀ ਇਕੱਠੀ ਹੋ ਜਾਏ ਫਿਰ ਇਹਨਾਂ ਨੂੰ ਉਸ ਸਪੋਰਟ ਦੀ ਕੋਈ ਲੋੜ ਨਹੀਂ। ਜੇ ਇਹਨਾਂ ਨੂੰ ਲੱਗਦਾ ਕਿ ਸਿੱਖੀ ਨੂੰ ਛੱਡ ਕੇ ਅਸੀਂ, ਪੰਥ ਨੂੰ ਛੱਡ ਕੇ ਅਸੀਂ ਬਾਕੀ ਵਰਗਾਂ ਨੂੰ ਲੈ ਕੇ ਸਿਆਸਤ ਕਰ ਸਕਦੇ, ਫਿਰ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜਾਂ ਫਿਰ NK ਸ਼ਰਮਾ ਨੂੰ ਬਣਾ ਦੇਣ, ਜਾਂ ਗੁਲਜ਼ਾਰ ਸਿੰਘ ਰਣੀਕੇ ਨੂੰ ਬਣਾ ਦੇਣ, ਜਾਂ ਫਿਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਅਕਾਲ ਤਖਤ ਦਾ ਜਥੇਦਾਰ ਵੀ ਕਿਸੇ ਦਲਿਤ ਨੂੰ ਲਾ ਦੇਣ। ਫਿਰ ਦਲਿਤ ਤਾਂ ਜਥੇਦਾਰ ਤਾਂ ਲੱਗ ਸਕਦਾ, ਕੋਈ ਰੌਲਾ ਨਹੀਂ। ਸਿੱਖੀ ਦੇ ਵਿੱਚ ਜਾਤ ਪਾਤ ਹੈ ਨਹੀਂ। ਇਸੇ ਹੀ ਸੋਚ ਨੇ, ਤੁਸੀਂ ਪਿੱਛੇ ਚਲੇ ਜਾਓ ਅੰਮ੍ਰਿਤਸਰ ਦੇ ਵਿੱਚ ਇੱਕ ਟ੍ਰੈਡੀਸ਼ਨ ਸੀਗੀ ਕਿ ਜਿਹੜਾ DC ਹੈ ਅੰਮ੍ਰਿਤਸਰ ਦਾ ਹਮੇਸ਼ਾ ਸਿੱਖ ਹੁੰਦਾ ਸੀ। ਉਹ ਟ੍ਰੈਡੀਸ਼ਨ ਤੋੜੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ। ਜੀ ਬਿਲਕੁਲ। SGPC ਕਰਕੇ ਹਮੇਸ਼ਾ ਸਿੱਖ DC ਲੱਗਦਾ ਸੀ। ਸੋ ਉਹ ਇਹਨਾਂ ਨੇ ਤੋੜੀ। ਇਹ ਲਗਾਤਾਰ ਇਹੋ ਜਿਹੀਆਂ ਗੱਲਾਂ ਕਰਦੇ ਆ ਰਹੇ ਹੈ। ਉਹਦੇ ਪਿੱਛੇ ਸੋਚ ਇਹੀ ਸੀ ਵੀ ਅਸੀਂ ਹਿੰਦੂ ਵੋਟ ਨਾਲ ਲੈ ਕੇ ਚੱਲਣੀ ਹੈ। ਹੁਣ ਤੁਹਾਨੂੰ ਕੀ ਲੱਗਦਾ ਹੈਗਾ ਕਿ ਹੱਲੇ ਵੀ ਮਜਬੂਰੀ ਬਣਾ ਕੇ ਬੈਠੇ ਹੈਗੇ ਕਿ ਜਾਂ ਜਿਹੜਾ ਸੋ ਕਾਲਡ ਬਹਾਨਾ ਜੀ ਆਪਸੀ ਪ੍ਰੇਮ, ਭਾਈਚਾਰਾ, ਸਦਭਾਵਨਾ ਬਣੀ ਰਵੇ, ਤੇ ਅੱਜ ਵੀ ਪੰਜਾਬ ਨੂੰ ਅਸੀਂ ਇੱਕ ਡਿਸਟਰਬ ਸਟੇਟ ਦੇ ਤੌਰ ਤੇ ਪੇਸ਼ ਕਰਨਾ ਹੈਗਾ ਕਿ ਪੰਜਾਬ 'ਚ ਜੇ ਹੱਕ ਮੰਗੋਗੇ, ਪੰਜਾਬ ਦੀ ਗੱਲ ਕਰੋਗੇ, ਤੇ ਉੱਥੇ ਫਿਰ ਸਦਭਾਵਨਾ ਦੀ ਗੱਲ ਆ ਜਾਏਗੀ, ਆਪਸੀ ਪ੍ਰੇਮ ਭਾਈਚਾਰੇ ਦੀ ਟੁੱਟਣ ਦੀਆਂ ਗੱਲਾਂ ਹੋ ਜਾਣਗੀਆਂ ਜੀ। ਇਸੇ ਹੀ ਸਦਭਾਵਨਾ ਦਾ ਨਾਂ ਲੈ ਕੇ ਬਾਦਲ ਸਾਹਿਬ ਨੇ ਇਹ ਇਸ਼ੂ ਖਤਮ ਨਹੀਂ ਹੋਣ ਦਿੱਤੇ। ਮੈਂ ਹੋਰ ਅੱਗੇ ਚੱਲਦਾ। ਜਿਹੜਾ ਪੰਜਾਬ ਦਾ ਉਹ ਦੌਰ ਸੀ, ਉਹ ਹੁਣ ਤੱਕ ਕਿਉਂ ਡੋਮੀਨੇਟ ਕਰਦਾ ਆ ਰਿਹਾ? ਉਹ ਇਸ਼ੂ ਕਲੋਜ਼ ਹੋਣੇ ਚਾਹੀਦੇ ਸੀਗੇ। ਜਿਹੜੇ ਗੁਨਾਹਗਾਰ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀਗੀ। ਬਾਦਲ ਸਾਹਿਬ ਦਾ ਆਪਣਾ ਪ੍ਰੋਮਿਸ ਹੈ, ਕਿਸੇ ਹੋਰ ਦਾ ਨਹੀਂ। ਇਹਨਾਂ ਨੇ ਬਾਅਦ ਦੇ ਵਿੱਚ ਕਹਿਤਾ ਬਈ ਇਹ ਜੇ ਅਸੀਂ ਪੁਰਾਣੀਆਂ ਗੱਲਾਂ ਕਰਾਂਗੇ ਤੇ ਇਹਦੇ ਨਾਲ ਅਮਨ ਨੂੰ ਖਤਰਾ ਹੈ। ਅਮਨ ਦੇ ਨਾਂ 'ਤੇ ਤੁਸੀਂ ਉਹ ਸਾਰਾ ਜਿਹੜਾ ਇਤਿਹਾਸ ਸੀ ਉਹ
ਕਵਰ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਕਵਰ ਨਹੀਂ ਹੋਇਆ। ਹੁਣ ਤੱਕ ਇਸ਼ੂ ਚੱਲਦੇ ਆ ਰਹੇ, ਉਹ ਚੱਲਦੇ ਰਹਿਣਗੇ ਜਦ ਤੱਕ ਉਹਦਾ ਕਲੋਜ਼ਰ ਨਹੀਂ ਹੁੰਦਾ। ਜਿਹੜੀ ਰੈਡੀਕਲ ਪੋਲਿਟਿਕਸ ਹੈ ਇਹ ਚੱਲਦੀ ਰਹੇਗੀ ਨਾਲ ਦੀ ਨਾਲ ਹੀ। ਉਹਦੇ ਵਾਸਤੇ ਕਸੂਰਵਾਰ ਇਹ ਹੈ। ਤੁਹਾਡੇ ਕਿਸਾਨੀ ਤੁਹਾਡੇ ਪੱਲੇ ਨਹੀਂ ਰਹਿ ਗਈ, ਪੰਥ ਤੁਹਾਡੇ ਤੋਂ ਟੁੱਟ ਚੁੱਕਾ ਹੈਗਾ। ਹੁਣ ਅਮਨ ਸ਼ਾਂਤੀ ਸਦਭਾਵਨਾ ਦੇ ਨਾਮ ਤੇ ਤੁਸੀਂ 2022 ਨੂੰ ਧਿਆਨ ਵਿੱਚ ਰੱਖ ਕੇ ਇਹ ਸਭ ਕੁਝ ਹੋ ਰਿਹਾ ਜੀ। ਮੇਰੇ ਖਿਆਲ ਦੇ ਵਿੱਚ ਇਹਨਾਂ ਦਾ ਏਜੰਡਾ ਸਿਰਫ ਇੰਨਾ ਹੀ ਹੈ, ਲੋਕਾਂ ਨੂੰ ਡਰਾ ਕੇ ਤਾਂ ਵੋਟਾਂ ਨਹੀਂ ਲਈਆਂ ਜਾ ਸਕਦੀਆਂ। ਅਮਨ ਸ਼ਾਂਤੀ ਦੇ ਨਾਂ 'ਤੇ ਵਰਚੁਅਲੀ ਡਰਾਇਆ ਜਾ ਰਿਹਾ ਹੈ। ਪੰਜਾਬ ਬਿਲਕੁਲ ਠੀਕ ਠਾਕ ਹੈ ਇਸ ਵੇਲੇ, ਔਰ ਅਮਨ ਸ਼ਾਂਤੀ ਦਾ ਜਿਹੜਾ ਏਜੰਡਾ ਇਹ ਲੈ ਕੇ ਤੁਰੇ ਹੋਏ ਹੈ, ਜਿਸ ਢੰਗ ਨਾਲ ਇਹ ਲੈ ਕੇ ਤੁਰੇ ਹੋਏ ਆ, ਅਮਨ ਸ਼ਾਂਤੀ ਤੇ ਖਤਰਾ ਕੋਈ ਨਹੀਂ। ਇਹ ਮੇਰੇ ਖਿਆਲ ਥੋੜ੍ਹਾ ਡਰ ਪੈਦਾ ਕਰ ਰਹੇ ਆ। ਅੱਛਾ, ਪੰਜਾਬ ਦਾ ਜਿਹੜਾ ਕਿਸਾਨ ਬਹੁਤ ਜ਼ਿਆਦਾ ਇਕੱਠਾ ਹੋ ਗਿਆ। ਹੁਣ ਹਰ ਪੰਜਾਬੀ, ਸਿਰਫ ਕਿਸਾਨ ਨਹੀਂ, ਹਰ ਪੰਜਾਬੀ ਨੇ ਆਪਣੇ ਆਪ ਨੂੰ ਕਹਿਤਾ ਕਿ ਅਸੀਂ ਇਹਨਾਂ ਕਾਲੇ ਕਾਨੂੰਨ ਦਾ ਵਿਰੋਧ ਕਰਦੇ ਹੈਗੇ। ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਉਨੇ ਹੀ ਮਾੜੇ ਅਕਾਲੀ ਦਲ ਆ ਤੇ ਉਨੀ ਮਾੜੀ ਪੰਜਾਬ ਕਾਂਗਰਸ ਆ। ਪਹਿਲਾਂ ਵੀ ਇਦਾਂ ਦੀਆਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਆਪ ਮਹਾਰੇ ਲਹਿਰਾਂ ਉੱਠਦੀਆਂ ਰਹੀਆਂ ਜੀ। ਨਹੀਂ, ਬਿਲਕੁਲ ਇਹੀ ਹੋਇਆ। ਮੈਂ ਹੋਰ ਅੱਗੇ ਚੱਲਦਾ, ਮੇਰੇ ਖਿਆਲ ਦੇ ਵਿੱਚ ਜਿਹੜੀਆਂ ਇਕਨੋਮਿਕ ਪਾਲਿਸੀਜ਼ ਹੈਗੀਆਂ ਉਹਨਾਂ ਤੇ ਬੀਜੇਪੀ ਤੇ ਕਾਂਗਰਸ ਕੋਈ ਫਰਕ ਨਹੀਂ। ਹੋ ਸਕਦਾ ਹੈ ਕਿ ਜੇ ਕੇਂਦਰ ਦੇ ਵਿੱਚ ਅੱਜ ਕਾਂਗਰਸ ਰਾਜ ਕਰਦੀ ਹੁੰਦੀ ਤੇ ਇਹੀ ਕਾਂਗਰਸ ਲੈ ਕੇ ਆਉਂਦੀ ਤੇ ਬੀਜੇਪੀ ਵਿਰੋਧ ਕਰ ਰਹੀ ਹੁੰਦੀ ਜੀ। ਇਹ ਨਾਰਮਲ ਜਿਹਾ ਇੱਥੇ ਬਣ ਚੁੱਕਿਆ। ਪਾਲਿਸੀਜ਼ ਉਹੀ ਹੈ ਦੋਵਾਂ ਦੀਆਂ, ਆਪੋਜੀਸ਼ਨ ਕਰਕੇ ਕਾਂਗਰਸ ਵਿਰੋਧ ਕਰ ਰਹੀ ਹੈ, ਲੇਕਿਨ ਪੰਜਾਬ ਸਿੱਧਾ ਇਹਦੇ 'ਚ ਇਫੈਕਟਡ ਹੈ। ਪੰਜਾਬ ਤੇ ਹਰਿਆਣਾ ਬਾਕੀ ਸਾਰੀਆਂ ਸਟੇਟਸ ਤੋਂ ਵੱਖਰੇ ਹੈ। ਪੰਜਾਬ ਦੀ ਟੋਟਲ ਇਕਨੋਮੀ ਐਗਰੀਕਲਚਰ, ਔਰ ਪੰਜਾਬ ਨੇ ਹਿੰਦੁਸਤਾਨ ਨੂੰ ਫੂਡ ਸਿਕਿਉਰਿਟੀ ਦਿੱਤੀ ਹੈ। ਇਹਦੇ ਇਸ਼ੂਸ ਵੱਖਰੀ ਤਰ੍ਹਾਂ ਨਾਲ ਟੈਕਲ ਹੋਣੇ ਚਾਹੀਦੇ ਸੀਗੇ। ਔਰ ਪੰਜਾਬ 'ਚ ਇਹ ਗੱਲ ਲਗਾਤਾਰ ਚੱਲਦੀ ਰਹੀ ਹੈ ਕਿ ਜਿਹੜੀ ਸਾਡੀਆਂ ਸਮੱਸਿਆਵਾਂ ਪੰਜਾਬ ਦੀਆਂ ਹੈਗੀਆਂ ਉਹ ਬਾਕੀ ਹਿੰਦੁਸਤਾਨ ਤੋਂ ਵੱਖਰੀਆਂ। ਹੁਣ ਵੀ ਸਮੱਸਿਆ ਇਹੀ ਹੈ। ਇਹ ਗੱਲ ਸਮਝਣ ਦੀ ਕੋਸ਼ਿਸ਼ ਕੇਂਦਰ ਨਹੀਂ ਕਰ ਰਹੀ, ਔਰ ਇਹੀ ਸਮਝਾਉਣ ਦੇ ਵਿੱਚ ਸਾਡੇ ਅਕਾਲੀ ਵੀਰ ਨਾਕਾਮਯਾਬ ਹੋਏ। ਤੁਹਾਨੂੰ ਲੱਗਦਾ ਨਹੀਂ ਜਿਹੜਾ ਇਹਨਾਂ ਨੇ ਸ਼ਾਇਦ ਲੋਕੀ ਮਹਿਸੂਸ ਕਰਦੇ ਕਿ ਆਪਣੇ ਨੂੰ ਸ਼ਾਇਦ ਡਰਾਵਾ ਦਿੱਤਾ ਹੋਇਆ ਨਰਿੰਦਰ ਮੋਦੀ ਨੂੰ ਕਿ ਅਸੀਂ ਵਜ਼ੀਰੀ ਛੱਡ ਦੇਣੀ ਹੈਗੀ ਜੀ, ਉਹ ਮਨਾ ਲੈਣਗੇ ਜੀ, ਜਿਹੜੇ ਬਿੱਲ ਆ ਉਹ ਡੈਫਰ ਕਰ ਦੇਣਗੇ। ਹੁਣ ਵੀ ਇਹਨਾਂ ਨੂੰ ਲੱਗਦਾ ਹੈਗਾ ਜੇ ਪਾਰਲੀਮੈਂਟ ਨੇ ਪਾਸ ਕੀਤੇ ਕਿਤੇ ਰਾਜ ਸਭਾ ਜਾ ਕੇ ਹੀ ਰੋਕ ਲੈਣ। ਅੱਜ ਖਬਰ ਛਪੀ ਹੈ ਆਪਣੇ ਹਰਿਆਣੇ ਵਾਲੇ ਦੇ ਜਿਹੜੇ ਜੇਜੇਪੀ ਵਾਲੇ ਲੀਡਰ ਹੈ, ਉਹ ਤੇ ਆਪਣੇ ਸੁਖਬੀਰ ਹੋਰੀ ਇਕੱਠੇ ਮਿਲੇ ਸੀ ਜੇਪੀ ਨੱਡਾ ਨੂੰ ਜੀ। ਉਹ ਖਬਰ ਇੰਟਰਸਟਿੰਗ ਹੈ ਇਸ ਗੱਲੋਂ। ਉਹ ਨੱਡਾ ਸਾਹਿਬ ਨੇ ਕਿਹਾ ਵੀ ਠੀਕ ਹੈ, ਕੋਈ ਗੱਲ ਨਹੀਂ, ਅਸੀਂ ਇਹ ਇਸ ਤਰ੍ਹਾਂ ਹੀ ਚੱਲੇਗਾ, ਆਰਡੀਨੈਂਸ ਇਸ ਤਰ੍ਹਾਂ ਹੀ ਹੋਣਗੇ। ਹਰਿਆਣੇ ਵਾਲੇ ਤਾਂ ਜੇਜੇਪੀ ਵਾਲੇ ਆਪਣੇ ਇਹਦੇ ਦੁਸ਼ਯੰਤ ਚੌਟਾਲਾ ਵਾਲੀ ਪਾਰਟੀ, ਉਹ ਤਾਂ ਉਸੇ ਤਨਖਾਹ 'ਤੇ ਕੰਮ ਕਰ ਰਹੇ ਹੈ। ਇੱਥੇ ਪ੍ਰੈਸ਼ਰ ਇੰਨਾ ਜ਼ਿਆਦਾ ਪੈ ਗਿਆ ਪੰਜਾਬ ਦੇ ਵਿੱਚ ਕਿ ਇਹਨਾਂ ਨੂੰ ਬਾਹਰ ਆਉਣਾ ਪੈ ਗਿਆ। ਸੋ ਇਹਨਾਂ ਨੇ ਉਹ ਫੈਸਲਾ ਕੀਤਾ ਉਸ ਤੋਂ ਬਾਅਦ। ਅਦਰਵਾਈਜ਼ ਤਾਂ ਮੇਰੇ ਖਿਆਲ ਦੇ ਵਿੱਚ ਇਹਨਾਂ ਨੇ ਡਰਾਉਣ ਵਾਲੀ ਗੱਲ ਨਹੀਂ ਬਹੁਤੀ, ਵੀ ਜੇ ਡਰਾ ਲੈਣਗੇ ਉਹਨਾਂ ਨੂੰ ਪਤਾ ਵੀ ਇਹਨਾਂ 'ਚ ਕਿੰਨਾ ਦਮ ਹੈਗਾ। ਇਹ ਵੀ ਇਹਨਾਂ ਦਾ ਭਰਮ ਹੀ ਭੁਲੇਖਾ ਟੁੱਟ ਗਿਆ। ਹਾਂ, ਉਹ ਟੁੱਟ ਗਿਆ। ਉਹਨਾਂ ਨੂੰ ਪਤਾ ਵੀ ਇਹਨਾਂ ਦੇ ਵਿੱਚ ਦਮ ਨਹੀਂ ਹੈ, ਇਹਨਾਂ ਦੀ ਆਪਣੀ ਬੇਸ ਥੱਲੇ ਖੁਰ ਚੁੱਕੀ ਹੈ ਤੇ ਰਿਵਾਈਵ ਹੋਣ ਦੇ ਚਾਂਸਸ ਨਜ਼ਰ ਨਹੀਂ ਆ ਰਹੇ। ਤੇ ਪੰਜਾਬ ਬੀਜੇਪੀ ਵਾਸਤੇ ਵੀ ਤੁਹਾਨੂੰ ਲੱਗਦਾ ਕਿ ਪੰਜਾਬ ਏਜੰਡਾ ਨਹੀਂ ਹੈ? ਜਦੋਂ ਪੰਜਾਬ ਦੀਆਂ ਸੀਟਾਂ ਹੀ ਲੋਕ ਸਭਾ ਦੀਆਂ 13 ਹੈ ਤੇ ਉਸ ਲੈਵਲ 'ਤੇ ਫਰਕ ਨਹੀਂ ਪੈਂਦਾ। ਇਹ ਫਰਕ ਸਿਰਫ ਉਦੋਂ ਪੈਂਦਾ ਹੈ ਜਦੋਂ ਪੰਜਾਬ ਡਿਸਟਰਬਡ ਹੋਵੇ। ਉਹ ਵੱਖਰੀ ਡਾਇਨਾਮਿਕਸ ਹੈ। ਜੇ ਆਪਾਂ ਸੀਟਾਂ ਲਈਏ, ਸੀਟਾਂ ਪੰਜਾਬ ਹਰਿਆਣਾ ਮਿਲਾ ਕੇ ਸਿਰਫ 23 ਬਣਦੀਆਂ, ਔਰ ਇਹੀ ਜ਼ੋਨ ਹੈ ਜਿਹਨੇ ਹਿੰਦੁਸਤਾਨ ਨੂੰ ਫੂਡ ਸਿਕਿਉਰ ਕੀਤਾ ਸੀ। ਜੇ ਇਹਨੂੰ ਇਸ ਤਰ੍ਹਾਂ ਅਬੈਂਡਨ ਕਰਨਗੇ ਤੇ ਬਾਕੀ ਹਿੰਦੁਸਤਾਨ ਵਾਸਤੇ ਪਾਲਿਸੀ ਜਿਹੜੀ ਬਣਾਈ ਹੈ ਉਹਨਾਂ ਨੇ, ਉਹ ਬਾਕੀ ਹਿੰਦੁਸਤਾਨ ਵਾਸਤੇ ਹੈ, ਇੱਥੇ ਵਾਸਤੇ ਨਹੀਂ ਹੈ। ਨਾਲ ਇਹ ਗੱਲ ਹੋਰ ਕਰਦੇ ਹਾਂ, ਕਿਉਂਕਿ ਅੱਜ ਮੋਦੀ ਸਾਹਿਬ ਦੀ ਸਟੇਟਮੈਂਟ ਛਪੀ ਹੈ ਕਿ MSP ਇਹਨੂੰ ਕੋਈ ਖਤਰਾ ਨਹੀਂ। ਇਸ਼ੂ MSP ਨੂੰ ਖਤਰੇ ਦਾ ਨਹੀਂ। ਮੱਕੀ ਤੇ MSP ਮਿਲਦੀ ਹੈ ਲੋਕਾਂ ਨੂੰ, ਅੱਧੀ ਕੀਮਤ 'ਤੇ ਮੱਕੀ ਵਿਕਦੀ ਹੈ। ਕੀ ਕੇਂਦਰ ਸਰਕਾਰ ਇਹ ਅਸ਼ੋਰ ਕਰ ਸਕਦੀ ਹੈ ਕਿਸਾਨ ਨੂੰ ਕਿ ਜਿਹੜਾ ਪ੍ਰਾਈਵੇਟ ਟਰੇਡਰ ਹੈ ਉਹ ਫਸਲ ਨੂੰ MSP 'ਤੇ ਹੀ ਖਰੀਦੇਗਾ? ਮੇਰਾ ਆਖਰੀ ਸਵਾਲ ਆ, ਜਿਹੜੀ ਪੰਜਾਬ ਦੀ ਧੀ ਆ ਬੀਬਾ ਹਰਸਿਮਰਤ ਕੌਰ ਬਾਦਲ, ਤੁਹਾਨੂੰ ਲੱਗਦਾ ਕਿ ਅਕਾਲੀ ਦਲ ਹੁਣ ਉਸ ਪੰਜਾਬ ਦੀ ਧੀ ਨੂੰ 2022 ਦੇ ਵਿੱਚ ਐਜ ਏ ਮੁੱਖ ਮੰਤਰੀ ਪ੍ਰੋਜੈਕਟ ਕਰ ਸਕਦਾ, ਜਿੱਦਾਂ ਉਹਨਾਂ ਦੇ ਮਾਣ ਸਨਮਾਨ ਸ਼ੁਰੂ ਹੋ ਚੁੱਕੇ ਨੇ, ਮਹਾਰਾਜ ਦਾ ਸ਼ੁਕਰਾਨਾ ਕਰਨ ਵੀ ਜਾ ਰਹੇ ਨੇ? ਮੈਨੂੰ ਤਾਂ ਬੜੀ ਦੇਰ ਤੋਂ ਮਤਲਬ ਕਿ ਮੈਂ ਹੱਸਦਾ ਹੁੰਦਾ ਕਈ ਵਾਰੀ ਬਈ ਹੋ ਸਕਦਾ ਕਿ ਅਗਲਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਬੀਬਾ ਜੀ ਹੋਣ। ਸੋ ਇਹ ਗੱਲ ਸਾਰੀ ਉਸ ਪਾਸੇ ਜਾ ਰਹੀ ਹੈ। ਇਹ ਸਾਰੇ ਪ੍ਰੋਸੈਸ ਜਿਹੜੀ ਬਿਲਡਅਪ ਹੈ ਉਹ ਸੁਖਬੀਰ ਸਿੰਘ ਬਾਦਲ ਦੀ ਨਹੀਂ ਹੋ ਰਹੀ। ਆਪਣੇ ਆਪ ਜਿਹੜੀ ਐਫਰਟ ਹੈਗੀ ਹੈ ਉਹ ਹਰਸਿਮਰਤ ਕੌਰ ਬਾਦਲ ਨੂੰ ਬਿਲਡ ਕਰਨ ਦੀ ਹੈਗੀ ਹੈ। ਕਿਉਂਕਿ ਲਾਲੂ ਪ੍ਰਸਾਦ ਯਾਦਵ ਨੇ ਬੜੀ ਵਾਰ ਪਾਰਲੀਮੈਂਟ 'ਤੇ ਬੋਲਿਆ ਸੀ ਕਿ ਪ੍ਰਾਈਮ ਮਿਨਿਸਟਰ ਦੀ ਜਿਹੜੀ ਹੱਥ ਦੀ ਜਿਹੜੀ ਲਕੀਰ ਹੈਗੀ ਨਾ ਉਹ ਅਡਵਾਨੀ ਸਾਹਿਬ ਦੇ ਹੱਥ 'ਚ ਉਹ ਲਕੀਰ ਨਹੀਂ ਹੈਗੀ।
ਤੇ ਲੱਗਦਾ ਕਿ ਮੁੱਖ ਮੰਤਰੀ ਵਾਲੀ ਜਿਹੜੀ ਲਕੀਰ ਉਹ ਵੀ ਸੁਖਬੀਰ ਸਿੰਘ ਬਾਦਲ ਦੇ ਹੱਥ ਨਹੀਂ ਹੈਗੀ। ਜੇ ਆਉਣ ਵਾਲੇ ਸਮੇਂ ਜੇ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤੇ ਹਰਸਿਮਰਤ ਕੌਰ ਬਾਦਲ ਚਿਹਰਾ। ਦੇਖੋ ਜੀ, ਸੁਖਬੀਰ ਜੀ ਨੂੰ ਪਾਵਰ ਇੰਜੋਏ ਕਰਨ ਦਾ ਤਾਂ ਹੁਣ ਤਰੀਕਾ ਆ ਗਿਆ ਬਿਨਾਂ ਜ਼ਿੰਮੇਵਾਰੀ ਤੋਂ। ਜੀ ਮੈਨੂੰ ਲੱਗਦਾ ਵੀ ਉਹਨੂੰ ਲੱਗਦਾ ਵੀ ਬਿਨਾਂ ਜ਼ਿੰਮੇਵਾਰੀ ਤੋਂ ਪਾਵਰ ਇੰਜੋਏ ਕਰਨੀ ਜ਼ਿਆਦਾ ਵਧੀਆ ਹੈ ਕਿਸੇ ਹੋਰ ਨੂੰ ਸੀਐਮ ਬਣਾ ਕੇ ਟੱਬਰ ਦੇ ਵਿੱਚ। ਇਹ ਪੋਸੀਬਲ ਹੈ। ਜੇ ਮੁੱਖ ਮੰਤਰੀ ਬਣਾਉਣਾ ਹੁੰਦਾ ਤਾਂ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਬਣਾ ਸਕਦੇ। ਬਿਲਕੁਲ ਬਾਦਲ ਸਾਹਿਬ ਦੇਖੋ, ਸਾਰੇ ਲੀਡਰਸ ਨੇ, ਸੀਨੀਅਰਸ ਨੇ ਆਪਣੇ ਬੱਚੇ ਸੀਐਮ ਬਣਾਤੇ। ਜੀ ਫਾਰੂਕ ਅਬਦੁੱਲਾ ਤੋਂ ਸ਼ੁਰੂ ਕਰ ਲਓ, ਜੀ ਜੀ ਮੁਲਾਇਮ ਸਿੰਘ ਯਾਦਵ ਲੈ ਲਓ। ਜੀ ਜੀ ਸਿਰਫ ਬਾਦਲ ਸਾਹਿਬ ਹੈ ਉਸ ਕੈਟੇਗਰੀ ਦੇ ਵਿੱਚ ਜਿਨ੍ਹਾਂ ਨੇ ਆਪਣੇ ਬੱਚੇ ਨੇ ਟਰਸਟ ਨਹੀਂ ਕੀਤਾ ਵੀ ਇਹ ਕਾਬਲ ਸੀਐਮ ਬਣਨ ਦੇ। ਜੀ ਜੇ ਪਿਓ ਨੇ ਟਰਸਟ ਨਹੀਂ ਕੀਤਾ ਤੇ ਪੰਜਾਬ ਦੇ ਲੋਕ ਵੀ ਟਰਸਟ ਕਰਨਗੇ ਫਿਰ। ਜੀ ਉੱਤੇ ਹੋ ਸਕਦਾ ਵੀ ਮਿਸਿਸ ਸੁਖਬੀਰ ਸਿੰਘ ਬਾਦਲ ਨੂੰ ਉਹ ਟਰਸਟ ਕਰ ਲੈਣ। ਇਹ ਪੋਸੀਬਲ ਹੈ। ਹਰਸਿਮਰਤ ਕੌਰ ਬਾਦਲ ਦੇ ਹੱਥ ਦੀ ਲਕੀਰ ਹੈਗੀ ਮੁੱਖ ਮੰਤਰੀ ਬਣਨਾ। ਦੇਖੋ ਜੀ, ਮੈਂ ਲਕੀਰਾਂ ਦੀ ਗੱਲ ਨਹੀਂ ਕਰਦਾ। ਮੈਂ ਤਾਂ ਸਿਰਫ ਇਹਨਾਂ ਕਿਹਾ ਵੀ ਸੁਖਬੀਰ ਸਿੰਘ ਬਾਦਲ ਦੇ ਫਾਦਰ ਨੇ ਟਰਸਟ ਨਹੀਂ ਕੀਤਾ ਪਾਵਰ ਦੇਣਾ। ਤੇ ਹੋ ਸਕਦਾ ਕਿ ਬਾਦਲ ਸਾਹਿਬ ਖੁਦ ਹੀ ਆਪਣੀ ਨੂੰਹ ਨੂੰ ਅੱਗੇ ਲੈ ਕੇ ਆਉਣ। ਚਲੋ ਮਿਹਰਬਾਨੀ ਜੀ। ਜਿੱਥੋਂ ਤੱਕ ਪੰਜਾਬ ਦੀ ਕਿਸਾਨੀ ਦਾ ਮਸਲਾ ਆ ਗਿਆ, ਪੰਜਾਬ ਦੇ ਕਿਸਾਨਾਂ ਨੇ ਇੱਕ ਵਾਰ ਪੰਜਾਬ ਦੀਆਂ ਸਾਰੀ ਪਾਰਟੀਆਂ ਨੂੰ ਨਹੀਂ ਬਲਕਿ ਕੇਂਦਰ ਸਰਕਾਰ ਨੂੰ ਵੀ ਚੇਤਾਵਨੀ ਦੇ ਦਿੱਤੀ ਹੈਗੀ ਕਿ ਜਿਹੜਾ ਕਿਸਾਨ ਆ ਜਿਹੜਾ ਭੁੱਖੇ ਰਹਿ ਕੇ ਤੁਹਾਡਾ ਢਿੱਡ ਭਰ ਸਕਦਾ ਹੈਗਾ, ਤੇ ਜੇ ਉਹਨਾਂ ਦੇ ਢਿੱਡ ਖਾਲੀ ਰਹਿਣਗੇ ਜਾਂ ਉਹਨਾਂ ਦੇ ਕਣਕ ਦੇ ਭੜੋਲੇ ਖਾਲੀ ਰਹਿਣਗੇ ਤੇ ਫਿਰ ਦੇਸ਼ ਦੇ ਪੱਲੇ ਵੀ ਕੁਝ ਨਹੀਂ ਰਹਿਣਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, NB ਨਿਊਜ਼ ਚੰਡੀਗੜ੍ਹ।